सतनाम वाहिगुरु साहिब जीओ। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। जारत कर मुर तन दी फिर करतार पुरी नो आया। चढ़ै सवाई देह देही कल जुग नानक नाम जपाया। बिन नामै होर जे मंगना सिर दुखां के दुख सबाया। मारिया सिका जगरतर विच नानक निर्मल पंथ चलाया। थापिया लहने जीव दे गुरियाई सिर छतर फिराया। थापिया लहन जीव दे गुरियाई सिर छतर फिराया। कोई जन हर सियों दी वह जोर चरण गहूं बकों सुबरसना। दीजै प्राण अकोर कोई जन हर सियों दी वह जोर चरण गहो बको सुबरसना। दीजै प्राण अकोर परम सत्कारजो गुरु प्यारी गुरु सवारी सत संगत जी, बड़े ही वड्डियां भागा वाले हाँ साहिब सतगुरु धन धन श्री गुरु ग्रंथ साहिब जी महाराज सतगुरां दी पावन पवित्र हजूरी दे अंदर जुड़ बैठ के प्यार वाले हो। साहिब धन श्री गुरु अंगद देव जी महाराज जिन्हां दी गुरता गद्दी नूं समर्पित जो इस पावन स्थान के उपर हफ्तावारी ये जो गुणवत समागम करवाए जा रहे ने, इन्हां दे अंदर प्यार वाले बड़े ही प्यार दे नाल भाई साहब जी के पासों सोधर बाणी के पाठ को सरवण किया। आओ कुछ समय के लिए गुरमत विचारां गुर इतिहास विचारां दे नाल जुड़ना करिए। विचारां की आरंभता तो पहला मन दीयां बिरतियां नूं करो एकागर। सतगुरां दे चरनां विच लवाओ हाजरी। बड़े ही प्यार दे नाल आखो जी वाहिगुरू जी का खालसा वाहिगुरू जी की फतेह। आप जी ने पंजवीं पातशाह जी के वलों उच्चारण किया होया
ਇਹ ਜਪਸਰੀ ਰਾਗ ਦੇ ਅੰਦਰ ਸ਼ਬਦ ਦੀਆਂ ਜੋ ਦੋ ਪੰਕਤੀਆਂ ਆਪ ਜੀ ਨੇ ਸਰਵਣ ਕੀਤੀਆਂ। ਕੋਈ ਜਨ ਹਰਿ ਸਿਉ ਦੀਵੈ ਜੋਰ, ਚਰਨ ਗਹੋ ਬਹੋ ਸ਼ੁਭ ਰਸਨਾ, ਦੀਜੈ ਪ੍ਰਾਣ ਅਕੋਰ। ਮੇਰੇ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਅੰਦਰ ਇੱਕ ਜਗਿਆਸੂ ਬਣ ਕੇ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਬੇਨਤੀ ਕੀਤੀ ਵੀ हे ਪ੍ਰਮਾਤਮਾ, हे ਅਕਾਲ ਪੁਰਖ, ਕੋਈ ਇਹੋ ਜਿਹਾ ਤੇਰਾ ਦਾਸ, ਦਾਸ ਦਾ ਅਰਥ ਹੁੰਦਾ ਸੇਵਕ। ਗੁਰਬਾਣੀ ਦੇ ਅੰਦਰ ਇਹਦੇ ਪ੍ਰਥਾਏ ਜਨ ਵੀ ਸ਼ਬਦ ਆਇਆ, ਜਨ ਦਾਸ ਵੀ ਸ਼ਬਦ ਆਇਆ, ਸੇਵਕ ਵੀ ਸ਼ਬਦ ਵਰਤਿਆ ਗਿਆ। ਤੇ ਕਿਰਪਾ ਕੀਤੀ ਵੀ ਆਖਣ ਲੱਗੇ, हे ਸਤਿਗੁਰੂ, हे ਅਕਾਲ ਪੁਰਖ ਪਰਮਾਤਮਾ, ਕੋਈ ਇਹੋ ਜਿਹਾ ਤੇਰਾ ਸੇਵਕ ਹੋਵੇ, ਤੇਰਾ ਦਾਸ ਹੋਵੇ, ਜਿਸ ਦਾਸ ਦੇ ਲੜ ਲੱਗਿਆ, ਜਿਹਦੇ ਚਰਨਾਂ ਦੇ ਨਾਲ ਜੁੜਿਆ, ਮੇਰਾ ਜਿਹੜਾ ਮਿਲਾਪ ਹੈ ਉਸ ਅਕਾਲ ਪੁਰਖ ਦੇ ਨਾਲ ਹੋ ਜਾਵੇ, ਉਹਦੇ ਨਾਲ ਮੇਰੀ ਜਿਹੜੀ ਸੁਰਤੀ ਹੈ ਇਹ ਸੁਰਤੀ ਜੁੜ ਜਾਵੇ। ਜੇਕਰ ਕੋਈ ਇਹੋ ਜਿਹਾ ਕੋਈ ਰੱਬੀ ਪਿਆਰਾ, ਕੋਈ ਪਿਆਰ ਵਾਲਾ, ਕੋਈ ਸਿੱਖ, ਕੋਈ ਤੇਰਾ ਦਾਸ, ਕੋਈ ਜਨ ਇਹੋ ਜਿਹਾ ਮਿਲ ਜਾਂਦਾ ਹੈ, ਫਿਰ ਚਰਨ ਗਹੋਂ ਬਹੋ ਸ਼ੁਭ ਰਸਨਾ, ਦੀਜੈ ਪ੍ਰਾਣ ਅਕੋਰ। ਉਹਦੇ ਮੈਂ ਚਰਨਾਂ ਨੂੰ ਫਿਰ ਮੈਂ ਘੁੱਟ ਕੇ ਫੜ ਲਵਾਂਗਾ, ਘੁੱਟ ਕੇ ਪਕੜ ਲਵਾਂਗਾ। ਇਹ ਜੋ ਰਸਨਾ, ਜਿਸ ਰਸਨਾ ਦੇ ਨਾਲ ਮੈਂ ਅਨੇਕਾਂ ਪ੍ਰਕਾਰ ਦੇ ਬੋਲ ਬੋਲਦਾ, ਇਸ ਜੀਵ ਦੇ ਨਾਲ ਫਿਰ ਮੈਂ ਉਹਦੀ ਸ਼ੋਭਾ ਨੂੰ ਗਾਵਾਂਗਾ, ਉਹਦੇ ਬਿਆਨ ਕਰਾਂਗਾ। ਚਰਨ ਗਹੋਂ ਬਹੋ ਸ਼ੁਭ ਰਸਨਾ, ਸ਼ੁਭ ਬੋਲ ਇਸ ਰਸਨਾ ਦੇ ਨਾਲ। ਦੀਜੈ ਪ੍ਰਾਣ ਅਕੋਰ, ਇਹ ਤੋਂ ਤੱਕ ਮੈਂ ਆਪਣੇ ਜਿੰਨੇ ਵੀ ਪ੍ਰਾਣ ਨੇ ਮੇਰੇ ਸਰੀਰ ਦੇ ਵਿੱਚ, ਇਹ ਸਭ ਪ੍ਰਾਣ ਮੈਂ ਉਹਦੇ ਅੱਗੇ ਅਰਪਣ ਕਰ ਦੇਵਾਂਗਾ। ਭਾਵ ਮੈਂ ਉਹਦਾ ਗੋਲਾ ਬਣ ਜਾਵਾਂਗਾ, ਉਹਦਾ ਗੁਲਾਮ ਬਣ ਜਾਵਾਂਗਾ। ਪਿਆਰ ਵਾਲਿਓ, ਜਿੱਥੇ ਗੁਰਬਾਣੀ ਦੇ ਅੰਦਰ ਇਸ ਜਨ ਦੇ ਬਾਰੇ ਦੱਸਿਆ ਵੀ ਜਨ ਹੋਣਾ ਕਿਹੋ ਜਿਹਾ ਚਾਹੀਦਾ, ਇਹ ਜੋ ਸੇਵਕ ਹੈ, ਇਹ ਜੋ ਦਾਸ ਹੈ, ਜਿਹਦੇ ਲੜ ਲੱਗਣਾ, ਜਿਹਦੇ ਨਾਲ ਜੁੜਿਆ, ਉਸ ਅਕਾਲ ਪੁਰਖ ਦੇ ਨਾਲ ਜੁੜਿਆ ਜਾ ਸਕਦਾ। ਕਿਉਂਕਿ ਜੇਕਰ ਅਸੀਂ ਅਕਾਲ ਪੁਰਖ ਦੇ ਨਾਲ ਜੁੜਨਾ, ਉਹਦੇ ਲਈ ਸਾਨੂੰ ਸੇਵਕ ਬਣਨਾ ਪਵੇਗਾ। ਅੱਜ ਤੱਕ ਪ੍ਰਵਾਨ ਗੁਰੂ ਦੇ ਦਰ ਦੇ ਉੱਤੇ ਕੋਈ ਹੋਏ ਨੇ ਜਿਹੜੇ ਸੇਵਕ ਬਣ ਕੇ ਆਏ ਨੇ, ਜਿਹੜੇ ਨਿਮਰਤਾ ਦੇ ਵਿੱਚ ਆਏ ਨੇ, ਜਿਨ੍ਹਾਂ ਨੇ ਆਪਣੇ ਅੰਦਰੋਂ ਹੰਕਾਰ ਨੂੰ ਛੱਡ ਦਿੱਤਾ। ਬਾਬਾ ਕਬੀਰ ਸਾਹਿਬ ਜੀ ਦੇ ਆਪਾਂ ਬੋਲਾਂ ਨੂੰ ਪੜ੍ਹਦੇ ਹਾਂ, ਉਹਦੇ ਅੰਦਰ ਸਤਿਗੁਰਾਂ ਨੇ ਕਿਰਪਾ ਕੀਤੀ। ਬਾਬਾ ਕਬੀਰ ਸਾਹਿਬ ਦੀ ਕਿਰਪਾ ਕਰਦੇ ਨੇ ਵੀ ਆਖਣ ਲੱਗੇ, ਜਿਸ ਜਨ ਦੇ ਮੈਂ ਲੜ ਲੱਗਣਾ, ਜਿਹਦੇ ਚਰਨਾਂ ਦੇ ਵਿੱਚ ਲੱਗਣਾ, ਉਹ ਜਨ ਹੋਵੇ ਕਿਹੋ ਜਿਹਾ। ਕਿਉਂਕਿ ਮਨ ਦੇ ਵਿੱਚ ਵਿਅੰਤਾ ਬਣਦੀਆਂ ਨਾ ਵੀ ਉਹ ਰੱਬ ਦੇ ਚਰਨਾਂ ਦੇ ਵਿੱਚ ਜੁੜਨਾ, ਰੱਬ ਦੇ ਨਾਲ ਜੁੜਨਾ। ਕੋਈ ਇਹੋ ਜਿਹਾ ਤੇਰਾ ਦਾਸ ਹੋਵੇ, ਇਹੋ ਜਿਹਾ ਕੋਈ ਸੇਵਕ ਹੋਵੇ, ਜਿਹਦੇ ਨਾਲ ਮੈਂ ਜੁੜ ਕੇ ਉਹਦੇ ਨਾਲ ਜੁੜ ਸਕਾਂ। ਕਹਿੰਦੇ ਬਾਬਾ ਕਬੀਰ ਜੀ ਦੇ ਮਨ ਦੇ ਵਿੱਚ ਇਹਨਾਂ ਨੇ 3 ਗੁਰਬਾਣੀ ਦੇ ਅੰਦਰ ਉਦਾਹਰਨਾਂ ਦਿੱਤੀਆਂ। ਕਹਿੰਦੇ ਮਨ ਦੇ ਵਿੱਚ ਫੁਰਨਾ ਪੈਦਾ ਹੋਇਆ, ਜੇਕਰ ਹਰੀ ਦਾ ਦਾਸ ਹੋਵੇ, ਉਹਦੇ ਅੰਦਰ ਇੰਨੀ ਕੁ ਨਿਮਰਤਾ ਹੋਵੇ। ਕਹਿੰਦੇ ਜਿਵੇਂ ਕੋਈ ਰਸਤੇ ਦੇ ਉੱਤੇ ਜਿਹੜਾ ਰੋੜਾ ਪਿਆ ਹੁੰਦਾ ਨਾ, ਇੱਟ ਦਾ ਨਿੱਕਾ ਜਿਹਾ ਰੋੜਾ, ਉਹ ਰੋੜੇ ਦੇ ਉੱਤੇ ਪਿਆ ਰਹਿੰਦਾ, ਸੜਕ ਦੇ ਉੱਤੇ ਪਿਆ ਰਹਿੰਦਾ, ਉਹਦੇ ਉੱਤੋਂ ਲੱਖਾਂ ਜਿਹੜੇ ਪੰਥੀ ਨੇ, ਰਾਹੀਗੀਰ ਉਹਦੇ ਤੋਂ ਲੰਘਦੇ ਜਾਂਦੇ ਨੇ, ਪਰ ਕਦੀ ਵੀ ਉਹਨੇ ਬੋਲ ਕੇ ਇਹ ਨਹੀਂ ਗੱਲ ਆਖੀ ਵੀ ਮੈਨੂੰ ਕੋਈ ਸੱਟ ਲੱਗਦੀ ਪਈ ਹੈ, ਤੁਸੀਂ ਮੇਰੇ ਤੇ ਪੈਰ ਰੱਖ ਕੇ ਜਾਂਦੇ ਹੋ, ਇਹਦੇ ਤੋਂ ਗੱਡੀਆਂ ਲੰਘਦੀਆਂ ਪਈਆਂ ਨੇ, ਇਹਦੇ ਤੋਂ ਭਾਰੀ ਵਾਹੀਕਲ ਲੰਘਦੇ ਪਏ ਨੇ। ਕਦੀ ਵੀ ਉਹਨੇ ਬੋਲ ਕੇ ਇਹ ਗੱਲ ਨਹੀਂ ਆਖਿਆ ਵੀ ਮੈਨੂੰ ਦਰਦ ਹੁੰਦਾ ਪਿਆ। ਕਹਿੰਦੇ ਜੇਕਰ ਹਰੀ ਦਾ ਦਾਸ ਹੋਵੇ ਤੇ ਹਰੀ ਦਾ ਦਾਸ ਇਸ ਰੋੜੇ ਵਰਗਾ ਹੋਵੇ। ਪਰ ਫਿਰ ਮਨ ਦੇ ਵਿੱਚ ਵਿਚਾਰ ਪੈਦਾ ਹੋਈ ਵੀ ਜੇਕਰ ਰੋੜੇ ਵਰਗਾ ਹੋਵੇ, ਕਈ ਵਾਰੀ ਤੇ ਇਹ ਵੀ ਸਮੇਂ ਦੇ ਨਾਲ ਇਹ ਵੀ ਦੁੱਖ ਦਿੰਦਾ ਹੈ। ਹੁਣ ਕੋਈ ਅਮੀਰ ਲੰਘਦਾ ਹੋਵੇ, ਪੈਰ ਦੇ ਵਿੱਚ ਸੋਹਣਾ ਜੋੜਾ ਪਾਇਆ ਹੋਵੇ, ਚੰਗਾ ਜੋੜਾ ਪਾਇਆ ਹੋਵੇ, ਉਹਦਾ ਜੇਕਰ ਪੈਰ ਵੀ ਉਹਦੇ ਤੇ ਰੱਖਿਆ ਜਾਵੇ, ਕਹਿੰਦੇ ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹਨੂੰ ਕੋਈ ਦਰਦ ਮਹਿਸੂਸ ਨਹੀਂ ਹੁੰਦਾ। ਪਰ ਜੇਕਰ ਕੋਈ ਗਰੀਬੜਾ ਜਾਂ ਮੁਲਕ ਉਥੋਂ ਲੰਘਦਾ ਹੋਵੇ, ਜਿਹਦੇ ਪੈਰ ਦੇ ਵਿੱਚ ਜੋੜਾ ਵੀ ਨਾ ਹੋਵੇ, ਜੇਕਰ ਕਿਤੇ ਉਹਦੇ ਨਾਲ ਉਹਦਾ ਠੁੱਡਾ ਵੱਜ ਜਾਵੇ, ਠੁੱਡੇ ਦੇ ਨਾਲ ਉਹਨੂੰ ਦਰਦ ਹੋਵੇਗਾ।
जेकर हरि का दाता सुखां का दाता है, पर हरि का दास क्यों दुख देने वाला होवे? कहते नहीं, हरि का दास इहो जिहा ना होवे, क्योंकि ये पंथी का जिहड़ा रस्ता है, ये रस्ते के उत्ते पिया होया ये रोड़ा, ये भी एक नूं दुख दिंदा है समय दे नाल। जिथे ये सुख दे रहा रस्ते दे विच पिया होया, किसी नूं कुछ नहीं आखदा। जेकर किसी का पैर ये नाल ठुड्डा किते टकरांदा, ठुड्डा वजन दे नाल उहदे पैर दे उत्ते सट वजदी है, दर्द हुंदा है ते अंदरों दर्द महसूस हुंदा है। फिर पुछया भी होवे किहो जिहा? कहंदे जेकर हुण रोड़े वर्गा ना होवे ते फिर एक धरती दे उत्ते जिहड़ी मिट्टी है, मिट्टी खे वर्गा होवे। हुण खे सदा इस धरती ते रहिंदी है, थल्ले रहिंदी, ਇਹਦੇ अंदर भी निमरता है, एक निमरता का प्रतीक है। मिट्टी नूं निमरता का प्रतीक मन्निया गया। कई बारी आपां आखदे हां भाई ये ते चरनां दी धूड़ वर्गा। चरनां दी धूड़ भाव निमरता दे विच ना, भी निमरता की गल कीती भी चरनां दी धूड़ बन जावां, भाव मैं इहदा गुलाम बन जावां, इन्नी निमरता मेरे विच आ जावे। ते बाबा कबीर जी के मन के विचार पैदा हुई, जेकर हरि का दास इस मिट्टी वर्गा होवे ते समा पा के फिर ये भी दुख दिंदी है। पुछना कीता किवें? कहंदे जेकर किते जदों ये तेज हवावां चलदियां ने, तूफान आउंदा, इहदे नाल धरती दे उत्ते पई हुई जिहड़ी मिट्टी है ये भी उड़ के मनुखां दे अंग दे उत्ते लगदी है, शरीर दे उत्ते लगदी है। ਇਹਦੇ ਨਾਲ भी बंदा जेकर कोई चंगे कपड़े पहन के किते जा रहा होवे, रस्ते दे विच खे लग जावे, बंदा आखदा भाई मिट्टी उड़ के लगी मेरे कपड़ियां नूं गंदा कर दिता, भाव बंदा दुखी होया। ते हरि दा दास इहो जिहा होवे जिहड़ा किसी प्रकार का कोई दुख ना दिंदा होवे। फिर कहंदे मन दे विच विचार आई भी नहीं, इस खे वर्गा भी नहीं होना चाहिए। तीजी जिहड़ी उदाहरण दी, कहंदे फिर हरि का दास होवे पानी वर्गा। पानी सदा निर्मल रहिंदा, पर मन दे विच विचार हुई पानी भी समय दे नाल इस समय का जिहड़ा प्रभाव कबूलदा है। जेकर इनू ठंडक दी सीत दी जिहड़ी इनू संगत प्राप्त होवे, सीत दे विच रखिया जावे, ये जम जांदा है, बर्फ बन जाती है, ठंडा हो जाता है। ते जेकर इनू तत्ते दी तपश की अग दी जाए, यही जिहड़ा पानी फिर तपश मारन लग पैंदा, भाव गर्म हो जाता है। ते बाबा कबीर जी ने कृपा की भी आखन लगे नहीं, पानी वर्गिया भी ना होवे, क्योंकि ये भी समय का प्रभाव कबूल के ये भी जिहड़ा कदे तत्ता हो गया, कदे ठंडा हो गया। हरि का दास ते इहो जिहा होवे जिहड़ा हरि दे वर्गा ही होना चाहिए। फिर अंतलियां पंक्तियां दे अंदर आखिया, हरि का दास जहो जिहा वो परमात्मा हरि आप है, ओहो जिहा हरि का दास होवे। कबीर रोड़ा कोई रहु बाट का, तज मन का अभिमान, ऐसा कोई दास होए ताही मिले भगवान। जेकर कोई इहो जिहा दास होवे, उहदे नाल फिर भगवान मिल सकदा है, परमात्मा नूं मिल सकदा है। ते अगे फिर सवाल पैदा कर दिता, कबीर रोड़ा हुआ तो क्या पिया, पंथी को दुख दे, ऐसा अर का दास है ज्यों धरनी मैखे। भी खे वर्गा मिट्टी वर्गा होवे। तीजा फिर आखने लगे, कबीर खे हुई तो क्या पिया, जो उड लागे अंग, हर जन ऐसा चाहिए ज्यों पानी सरबंग, जहो जिहा पानी होवे। ते पानी दे उत्ते भी सवाल पैदा किया, कबीर पानी हुआ तो क्या पिया, सीरा ताता हुए, हर जन ऐसा चाहिए जैसा हरि ही होए। अंतरियां पंक्तियां दे विच कह दिता, हरि दा दास इहो जिहा होवे, हरि दा सेवक इहो जिहा होवे, जहो जिहा वो हरि आप परमात्मा है। ते इहते प्यार वाले फिर गुरबाणी के अंदर जिथे ये गुरबाणी बड़ी अमोलक है, सतगुरां ने कृपा की भी, क्योंकि जेकर परमात्मा दे नाल जुड़ना, उहदे नाल सानू उहदे हुक्म दे विच चलना पवेगा, उहदा दास उहदा सेवक बनना पवेगा, जन बनना पवेगा। अज जिस गुरु साहिबान गुरु अंगद पातशाह जी का अज गुरता गद्दी दिवस है, इन्हां दे जीवन दे विचों भी आपां थोड़ी जी जिहड़ी झात मारांगे। जेकर ये गुरियाई के उत्ते बैठते हैं, गुरु नानक के घर की शोभा नूं प्राप्त करते हैं, ये पहला हरि का सेवक बने ने, सेवक बन के इन्होंने गुरु के घर की ये शोभा प्राप्त की। तीजे पातशाह जी ने सवाल किया ना किसी ने,
भी सतगुरु हुण ते तुसीं गुरु नानक दे घर दी वडियाई दे उत्ते गुद्दी दे उत्ते बह गए हो, गुरता गद्दी दे उत्ते, हुण तुहानूं सेवा करन दी की लोड़ भी तुसीं आप गुरु के लंगरां दे विच आप जोड़ियां दी संगतां आउंदियां ने, जोड़ियां दी सेवा करदे। ਇਹ ਗੋਇੰਦਵਾਲ ਦੇ ਜਿਹੜੇ ਬ੍ਰਾਹਮਣ ਸਨ ਜਦੋਂ ਆਏ ਸਨ ਚੱਲ ਕੇ, ਇਹਨਾਂ ਨੇ ਸਵਾਲ ਕੀਤਾ ਸੀ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਸੀ ਵੀ ਆਖਣ ਲੱਗੇ ਭਾਈ ਜਿਹਦੇ ਤੋਂ ਕੁਝ ਪ੍ਰਾਪਤ ਹੋਇਆ ਹੋਵੇ ਫਿਰ ਉਹਨੂੰ ਛੱਡਣਾ ਨਹੀਂ ਚਾਹੀਦਾ, ਆਪਣੇ ਅਤੀਤ ਨੂੰ ਪਿੱਛੇ ਨੂੰ ਭੁੱਲਣਾ ਨਹੀਂ ਚਾਹੀਦਾ। ਜੇਕਰ ਅੱਜ ਗੁਰੂ ਨਾਨਕ ਦੇ ਘਰ ਦੀ ਵਡਿਆਈ ਪ੍ਰਾਪਤ ਹੋਈ ਹੈ, ਸ਼ੋਭਾ ਪ੍ਰਾਪਤ ਹੋਈ ਹੈ, ਇਹ ਕੀਤੀ ਹੋਈ ਸੇਵਾ ਦੇ ਕਰਕੇ, ਕੀਤੀ ਹੋਈ ਘਾਲਣਾ ਦੇ ਕਰਕੇ ਪ੍ਰਾਪਤ ਹੋਈ ਹੈ। ਥੋੜ੍ਹਾ ਜਿਹਾ ਆਪਾਂ ਇਹਨਾਂ ਦੇ ਜੀਵਨ ਦੇ ਵੱਲ ਝਾਤ ਮਾਰੀਏ। ਦੂਸਰੇ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਜੀ 1504 ਈਸਵੀ ਦੇ ਵਿੱਚ ਮੱਤੇ ਕੀ ਸਰਾਂ ਪਿਤਾ ਫੇਰੂਮਲ ਤੇ ਮਾਤਾ ਦਇਆ ਕੌਰ ਦੀ ਕੁੱਖ ਦੇ ਵਿੱਚੋਂ ਇਹਨਾਂ ਦਾ ਪ੍ਰਕਾਸ਼ ਹੁੰਦਾ ਮੱਤੇ ਕੀ ਸਰਾਂ ਦੀ ਧਰਤੀ ਦੇ ਉੱਤੇ। ਹੁਣ ਇਤਿਹਾਸਕਾਰ ਲਿਖਦੇ ਨੇ ਵੀ ਇਹਨਾਂ ਦੇ ਜਿਹੜੇ ਪਿਤਾ ਹੁਣ ਵਪਾਰੀ ਨੇ, ਇੰਨੇ ਤਗੜੇ ਵਪਾਰੀ ਨੇ ਵੀ ਸਾਰੇ ਪੰਜਾਬ ਦੇ ਇਲਾਕੇ ਦੇ ਵਿੱਚ ਇਹਨਾਂ ਦਾ ਵਪਾਰ ਦਾ ਕਾਰੋਬਾਰ ਸੀ। ਹਰੀਕੇ ਪੱਤਣ ਤੱਕ ਇਹਨਾਂ ਦਾ ਵਪਾਰ ਦਾ ਕੰਮ ਚੱਲਦਾ ਸੀ। ਕੁਝ ਇਤਿਹਾਸਕਾਰਾਂ ਇੱਥੋਂ ਤੱਕ ਇਹ ਵੀ ਗੱਲ ਲਿਖੀ ਹੈ ਵੀ ਇਹ ਭਾਈ ਲਹਿਣੇ ਦਾ ਜਿਹੜਾ ਨਾਮ ਭਾਈ ਲਹਿਣਾ ਰੱਖਿਆ, ਇਹਦਾ ਕਾਰਨ ਕੀ ਸੀ? ਲਹਿਣੇ ਦਾ ਅਰਥ ਹੁੰਦਾ ਕਿਸੇ ਤੋਂ ਲੈਣ ਵਾਲਾ, ਕਿਸੇ ਨੂੰ ਦੇਣ ਵਾਲਾ ਨਹੀਂ, ਲੈਣ ਵਾਲਾ ਵੀ ਕਿਸੇ ਤੋਂ ਕੋਈ ਲੈਣਦਾਰ ਹੋਵੇ ਜਿੰਨੇ ਕੁਝ ਦੇਣਾ ਨਾ ਹੋਵੇ। ਹੁਣ ਵਪਾਰੀ ਸਨ, ਵਪਾਰ ਕਰਦੇ ਸਨ, ਵਪਾਰ ਕਰਦਿਆਂ ਕਰਦਿਆਂ ਕਹਿੰਦੇ ਇਹਨਾਂ ਨੇ ਆਪਣੇ ਪੁੱਤਰ ਦਾ ਨਾਮ ਰੱਖ ਦਿੱਤਾ ਭਾਈ ਲਹਿਣਾ, ਭਾਵ ਜਿਹੜਾ ਲੈਣਦਾਰ ਹੈ ਕਿਸੇ ਤੋਂ, ਕਿਸੇ ਨੂੰ ਦੇਣ ਵਾਲਾ ਨਹੀਂ। ਜਿਹਦੇ ਕੋਲੋਂ ਜਾਣਾ ਵੀ ਭਾਈ ਇਹਦੇ ਕੋਲੋਂ ਹੁਣ ਵਪਾਰੀ ਸਨ। ਸਮਾਂ ਪਿਆ, ਸਮੇਂ ਦੇ ਨਾਲ ਇਹ ਆਪਣੇ ਪੁੱਤਰ ਨੂੰ ਆਖਦੇ ਭਾਈ ਜਾ ਪੁੱਤਰ ਵਪਾਰੀ ਹੈ, ਵਪਾਰ ਤੂੰ ਇੱਦਾਂ ਕਰ, ਫਲਾਣੇ ਦੇ ਕੋਲੋਂ ਇੰਨੇ ਪੈਸੇ ਲੈ ਜਾ, ਫਲਾਣੇ ਕੋਲੋਂ ਇੰਨੇ ਲੈ ਜਾ। ਦੂਜੇ ਪਾਸੇ ਇਹ ਜਿੰਨੇ ਸਮਝਦਾਰ ਸਨ ਇਹਦੇ ਨਾਲ ਨਾਲ ਇਹ ਧਾਰਮਿਕ ਬਿਰਤੀ ਵਾਲੇ ਵੀ ਸਨ। ਇਹ ਦੇਵੀ ਦੇ ਪੁਜਾਰੀ ਸਨ, ਦੇਵਕ ਦੇ ਪੂਜਕ। ਇਹ ਭਾਈ ਲਹਿਣਾ ਜੀ 1526 ਤੋਂ ਲੈ ਕੇ 1532 ਤੱਕ, ਕਿਉਂਕਿ 1526 ਦੇ ਵਿੱਚ ਇਹਨਾਂ ਦੇ ਪਿਤਾ ਦਾ ਚਲਾਣਾ ਹੋ ਜਾਂਦਾ ਫੇਰੂਮਲ ਦਾ। 1526 ਤੋਂ ਲੈ ਕੇ 1532 ਈਸਵੀ ਤੱਕ ਇਹ ਆਪ ਸੰਗਤਾਂ ਨੂੰ ਨਾਲ ਲੈ ਕੇ ਵੀ ਦੇਵੀ ਦੀ ਸੇਵਾ ਤੇ ਜਾਇਆ ਕਰਦੇ ਸਨ। ਹਰ ਸਾਲ ਧਾਰਮਿਕ ਯਾਤਰਾ ਤੇ ਜਾਇਆ ਕਰਦੇ ਸਨ। 6 ਸਾਲ ਇਹਨਾਂ ਨੇ ਆਪਣੇ ਹੱਥੀਂ ਸੇਵਾ ਕੀਤੀ। ਇਹਨਾਂ ਨੇ ਆਪਣਾ ਟਿਕਾਣਾ ਕੀਤਾ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ, ਖਡੂਰ ਦੀ ਧਰਤੀ ਤੇ। ਇੱਥੇ 2 ਘਟਨਾਵਾਂ ਵਾਪਰਦੀਆਂ, ਜਿਨ੍ਹਾਂ ਘਟਨਾਵਾਂ ਨੂੰ ਵੇਖ ਕੇ ਇਹਨਾਂ ਦੇ ਜੀਵਨ ਦੇ ਵਿੱਚ ਇਹੋ ਜਿਹੀ ਤਬਦੀਲੀ ਆਈ, ਸਦਾ ਗੁਰੂ ਦੇ ਬਣ ਕੇ ਰਹਿ ਗਏ, ਗੁਰੂ ਨਾਨਕ ਦੇ ਦਰ ਦੇ ਬਣ ਕੇ ਰਹਿ ਗਏ। ਫਿਰ ਇਹਨਾਂ ਦੇ ਮਨ ਦੇ ਵਿੱਚ ਵਿਚਾਰ ਪੈਦਾ ਹੋਏ, ਜੇਕਰ ਗੁਰੂ ਨਾਨਕ ਦਾ ਬਣ ਕੇ ਰਹਿਣਾ ਹੈ ਤੇ ਫਿਰ ਜੋ ਗੁਰੂ ਨਾਨਕ ਉਪਦੇਸ਼ ਕਰੇਗਾ, ਜੋ ਗੁਰੂ ਬੋਲ ਕਰੇਗਾ, ਉਸ ਬਚਨਾਂ ਨੂੰ ਫਿਰ ਸੱਤ ਕਰਕੇ ਮੰਨਾਂਗਾ ਵੀ। ਉਹ ਘਟਨਾਵਾਂ ਕਿਹੜੀਆਂ ਨੇ ਜਿਨ੍ਹਾਂ ਦੇ ਇਹਨਾਂ ਦੇ ਜੀਵਨ ਨੂੰ ਬਦਲ ਕੇ ਰੱਖ ਦਿੱਤਾ? ਆਖਣ ਲੱਗੇ ਵੀ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਇਹ ਕਾਰਜ ਕਰਦੇ ਨੇ ਦੁਕਾਨਦਾਰੀ ਦਾ। ਇੱਥੋਂ ਦਾ ਰਹਿਣ ਵਾਲਾ ਇੱਕ ਸਿੱਖ ਹੈ ਭਾਈ ਜੋਧ ਜੀ। 2 ਸਿੱਖ ਹੋਏ ਨੇ ਇਤਿਹਾਸ ਦੇ ਵਿੱਚ, 2 ਸਿੱਖਾਂ ਦਾ ਨਾਮ ਆਇਆ। ਇੱਕ ਭਾਈ ਜੋਧ ਜੀ ਹੋਏ ਨੇ ਜਿਹੜੇ ਰਸੋਈਏ ਦਾ ਕੰਮ ਕਰਦੇ ਸਨ ਗੁਰੂ ਨਾਨਕ ਦੇ ਦਰ ਦਿੱਤੇ। ਦੂਜੇ ਇਹ ਭਾਈ ਜੋਧ ਸਨ ਜਿਹੜੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਰਹਿਣ ਵਾਲੇ ਨੇ, ਜਿਨ੍ਹਾਂ ਦੇ ਕਰਕੇ ਇਹ ਗੁਰੂ ਨਾਨਕ ਦੇ ਘਰ ਦੇ ਨਾਲ ਜੁੜਦੇ ਨੇ। ਭਾਈ ਜੋਧ ਜੀ ਕਹਿੰਦੇ ਵੀ ਇੱਕ ਦਿਨ ਅੰਮ੍ਰਿਤ ਵੇਲੇ ਦਾ ਸਮਾਂ, ਇਹ ਭਾਈ ਲਹਿਣਾ ਜੀ ਉੱਥੋਂ ਲੰਘਦੇ ਪਏ ਨੇ, ਅੱਗੇ ਅੱਗੇ ਭਾਈ ਜੋਧ ਜੀ ਜਾ ਰਹੇ ਨੇ। ਜਾਂਦਿਆਂ ਜਾਂਦਿਆਂ ਇਹ ਗੁਰਬਾਣੀ ਦਾ ਪਾਠ ਕਰਦੇ ਪਏ ਨੇ। ਆਖਣ ਲੱਗੇ ਆਸਾ ਕੀ ਵਾਰ ਦੀ ਜਿਹੜੀ 21ਵੀਂ ਪੌੜੀ ਹੈ, ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਰਨਾ ਕੀਚੀ ਦੇ ਲੰਮੀ ਨਦਰ ਨੇ ਹਾਲੀਐ, ਜੋ ਸਾਹਿਬ ਨਾਲ ਨਾ ਹਾਰੀਐ ਤੇ ਵਿਹਾ ਪਾਸਾ ਢਾਲੀਐ, ਕਿਸ ਲਾਹੀ ਉੱਪਰ ਘਾਲੀਐ। ਕਹਿੰਦੇ ਇਹ ਬਾਣੀ ਦਾ ਪਾਠ ਕਰਦੇ ਜਾ ਰਹੇ ਸਨ। ਹੁਣ ਇਹ ਪਿੱਛੇ ਪਿੱਛੇ ਭਾਈ ਲਹਿਣਾ ਜਿਹੜਾ ਇਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਸਨ। ਜਿਵੇਂ ਇਹ ਬਾਣੀ ਪੜ੍ਹਦੇ ਨੇ ਵੀ ਕੰਨਾਂ ਦੇ ਵਿੱਚ ਆਵਾਜ਼ ਪੈ ਰਹੀ ਸੀ ਵੀ ਜਿਹਦੇ ਵਿੱਚ ਵੀ ਆਮ ਜਦੋਂ ਪਿਆਰ ਵਾਲਿਓ ਇੱਕ ਗੱਲ ਦਾ ਧਿਆਨ ਬੜਾ ਰੱਖਿਆ ਜੀ,
जेकर मनुख गुरबाणी नूं समझ के पढ़े, बड़े ध्यान दे नाल पढ़े, अद्धे को इहो जिहे शब्द ने जिन्हां दी आम सानूं समझ लग जाती है। जित सेविया, जिस दी सेवा कीतिया सुख पाई है, सुख प्राप्त हुंदा है। सो साहिब सदा संभाली है। संभालन का अर्थ हुंदा है सांभ लैना, उहदे नाल जुड़ जाना। हुण ये बाणी नूं पढ़दे पे ने, बाणी नूं पढ़दिआं जदों अगे गए ते भाई लैना जी भाई जोध नूं पुछदे भी प्यारिओ, ये जो तुसी बचन पढ़ते पे सो भी बचन बड़े सौखे ने, भी ये बोल किहदे ने ते इहदे अर्थ दसोगे भी की अर्थ ने। ये भाई जुद जी आखन लगे ये गुरु नानक दे बोल ने, करतारपुर की धरती के उपर वो रह रहे ने ते इन्हां बोलां दे जेकर तुसी अर्थ पुछदे हो, बाबे नानक ने किरपा की भी आखन लगे गुरु ने किरपा की है। जित सेविया सुख पाई है, सो साहिब सदा संभाली है। कहते जिस दी सेवा कीतियां सुख प्राप्त होवे, सो साहिब सदा संभाली है। कहते इहो जे फिर गुरु दे नाल, इहो जे साहिब दे नाल सदा जुड़े रहना चाहिए। हुण मन दे विच विचार हुई भी 28 साल की मेरी उम्र है, क्योंकि भाई लैना जी 28 साल के जदों गुरु नानक के दर दिते हुंदे ने। 1504 दे विच जन्म हुंदा है, 1532 दे विच ये सतगुरु गुरु नानक पातशाह जी के दर दिते हुंदे ने। कुछ इतिहासकारां तो पहला भी लिखिया भी 1517 के करीब ये गुरु नानक पातशाह जी के दर दिते आए ते। पर आखन लगे जदों इन्हां भाई जोध जी नूं पुछिया, मन दे विच विचार पैदा हुई भी सेवा तो मैं भी करना वा, हर साल जाना वा, घर दे विच किसी प्रकार की कोई कमी नहीं, घर दे विच पैसा भी बड़ा है, व्यापारी बंदा, हुण घर दे विच हरेक प्रकार का सुख है। पर इहदे विच भी इन्हां बोलां नूं सुन के इदां लगदा पिया जिवें मन नूं सुख मिलिया होवे, मन नूं आत्मिक आनंद पैदा होवे। कहंदे जित सेविया सुख पाई है, सो साहिब सदा संभाली है। जदों ये बोल आखे ना ते ये अर्थ करके दसदे पे ने, कहंदे भाई जित सेविया सुख पाई है, सो साहिब सदा संभाली है। जित कीता पाई है, अपना सा घर बुरी क्यों घाली है। कहंदे भाई जिस काम कीतियां ਇਹਦਾ ਤੈਨੂੰ फल मिलना होवे, वो काम तू माड़ा क्यों करदा है। मंदा मूल ना कीची दे लंबी नज़र ने हाली है। जेकर कोई तू कारज करन लग्या, जेकर कोई तू काम कर लग्या, एक काम करन तो पहला तू 10 बारी सोच भी ਇਹਦਾ सिट्टा की निकलेगा। बंदा कोई काम करता है ना, भी बच्चा पढ़ता है, स्कूल दे विच पाने आ, सानू पता है भी साल बाद ये अगली क्लास दे विच चला जाएगा। हुण बच्चा पढ़े तो जो वधिया नंबर लैके पास होगा, उन्होंने पता होगा मेरा सिट्टा की है, ये रिजल्ट निकलिया। तो एक वो जीव ने जिहड़े फिर भी होंगे तो आखन लगे भाई तू पहला ही अपने अंदर लम्मी नज़र ने हाली है, भी लम्मी नज़र करके ये गल नूं सोच भी जिहड़ा तू काम कर रहे हैं भी ਇਹਦਾ सिट्टा की निकलेगा। तू माड़ा काम करदा है, बंदे नूं पता है ਇਹਦੇ नाल दुख ही प्राप्त होगा, फिर बंदा काम क्यों करदा है। क्यों भाई क्या आखन लगे जो साहिब नाल ना हारी है ते वेहा पासा ढाली है। कहंदे इहो जिहा कोई उद्यम कर, इहो जिहा उपराला कर जिहदे नाल तू सदा रब दे नाल जुड़िया रहे, कदे भी रब तो टुटे ना। ते अगे सतगुरां ने कृपा की, जो साहिब नाल ना हारी है ते वेहा पासा ढाली है, दिल लम्मी नज़र ने हाली है। ते आखन लगे भाई इहो जी घाल कर जेकर संसार के अंदर है कीती हुई खट्टी दे नाल तैनूं लाभ होवे। इत्थे मन दे विच विचार हुई, जिस महापुरुष दे ये बोल ने एक बारी उहदे दर्शन ते करके वेखी। समा लंघिया, समय तो बाद इस खंडूर साहिब की धरती के उत्ते एक होर इहो जी घटना वापरदी जिहदे नाल जिस गुरु नानक दे बारे, जिस बाणी दे बारे इन्हां ने सुनिया सी, ਉਹਦੇ बारे इन्हां ने प्रैक्टिकल जीवन दे विच भी वेख लिया। ਉਹਦੇ लड़ लग के सिख दा जीवन किहो जिहा हो जाता है। हुण दुकानदारी का काम करते हैं, दुकानदारी के उत्ते गाहक भी आउणगे। एक गरीबड़ा जिहा सिख हुंदा सी, हर रोज़ इन्हां दी दुकान दे तों सौदा खरीददा, दिहाड़ी करन वाला सी, सवेर तो लैके शाम तक मजदूरी करनी। क्योंकि गुरु नानक दे घर दा एक उपदेश है, 3 उपदेश दिते ने गुरु नानक ने, किरत करना, नाम जपना ते वंड के छकना। बंदा अपने 10 नूहां दी हथ की किरत करे ते दूजा अपनी रसना दे नाल परमात्मा दा नाम जपे, उन्होंने अपने चित्त दे विच वसा के रखे। तीजी गल ये कीती भाई जो तू
ਕਿਰਤ ਕਰਦਾ ਪਿਆ, ਇਸ ਕਿਰਤ ਦੇ ਵਿੱਚੋਂ ਕੋਈ ਇਹੋ ਜਿਹਾ ਹਿੱਸਾ ਵੀ ਕੱਢੀ ਜੇਕਰ ਤੂੰ ਲੋੜ ਲੋਕਾਂ ਦੇ ਨਾਲ ਵੰਡ ਕੇ ਵੀ ਸਕੇ। ਕੋਈ ਲੋੜਵੰਦ ਤੇਰੇ ਦਰ ਦੇ ਉੱਤੇ ਆਉਂਦਾ, ਤੂੰ ਉਹਦੀ ਮਦਦ ਵੀ ਕਰੇ। ਇਹਨਾਂ ਕੀ ਕੀਤਾ ਵੀ ਹੁਣ ਇਹਦੀ ਦੁਕਾਨ ਦੇ ਉੱਤੇ ਇੱਕ ਜਿਹੜਾ ਗਰੀਬੜਾ ਜਿਹਾ ਸਿੱਖ ਹੁੰਦਾ, ਕੁਝ ਦਿਨ ਉਹ ਦੁਕਾਨ ਦੇ ਉੱਤੇ ਨਾ ਆਇਆ। ਜਿਵੇਂ ਕੁਝ ਦਿਨਾਂ ਤੋਂ ਬਾਅਦ ਆਇਆ ਤੇ ਇਹਨੇ ਕੁਛ ਨਾ ਕੀਤਾ, ਕਿਉਂਕਿ ਹੁਣ ਲਿਹਾਜ਼ ਤੇ ਬਣ ਹੀ ਜਾਂਦਾ। ਬੰਦਾ ਇੱਕ ਦੋ ਵਾਰੀ ਮਿਲੇ ਵੀ ਆਖਦਾ ਵੀ ਜਾਣਕਾਰੀ ਬਣ ਜਾਂਦੀ ਹੈ। ਇੱਕ ਦੋ ਦਿਨ ਨਾ ਵਿਖੇ ਬੰਦਾ ਪੁੱਛ ਲੈਂਦਾ, ਭਾਈ ਤੁਸੀਂ ਆ ਕਿਉਂ ਨਹੀਂ ਰਹੇ, ਕਾਰਨ ਕੀ ਹੋਇਆ ਵੀ ਇੰਨੇ ਦਿਨਾਂ ਤੋਂ ਤੁਸੀਂ ਨਜ਼ਰ ਨਹੀਂ ਆਏ। ਤੇ ਇਹਨੇ ਪੁੱਛਣਾ ਕੀਤਾ। ਭਾਈ ਲਹਿਣਾ ਜੀ ਪੁੱਛਦੇ ਨੇ ਵੀ ਭਾਈ ਸਿੰਘਾਂ ਜੀ ਵੀ ਇੰਨੇ ਦਿਨ ਹੋ ਗਏ ਨੇ ਤੁਸੀਂ ਦੁਕਾਨ ਦੇ ਉੱਤੇ ਆਏ ਨਹੀਂ। ਇਹਨਾਂ ਨੇ ਆਖਿਆ ਵੀ ਇੱਕ ਤੇ ਥੋੜੀ ਜਿਹੀ ਸਿਹਤ ਵੀ ਢਿੱਲੀ ਸੀ, ਦੂਜਾ ਮੈਂ ਆਪਣੇ ਕੰਮ ਦੇ ਉੱਤੇ ਨਹੀਂ ਜਾ ਸਕਿਆ, ਜਿਹਦੇ ਕਰਕੇ ਮੈਂ ਆਇਆ ਨਹੀਂ। ਅੱਜ ਅੱਧੀ ਕੁ ਦਿਹਾੜੀ ਲੱਗੀ ਆ, ਇਹਦੇ ਨਾਲ ਇਦਾਂ ਕਰੋ ਜਿੰਨਾ ਕੁ ਸੌਦਾ ਬਣਦਾ ਵੀ ਇੰਨਾ ਕੁ ਸੌਦਾ ਦੇ ਦੇਵੋ। ਹੁਣ ਭਾਈ ਲਹਿਣਾ ਜੀ ਇਸ ਗੱਲ ਦੇ ਬਾਰੇ ਜਾਣਦੇ ਨੇ ਵੀ ਕਿੰਨਾ ਕੁ ਇਹਦੇ ਘਰ ਦੇ ਵਿੱਚ ਰਾਸ਼ਨ ਹੈ ਜਿਹਦੇ ਨਾਲ ਇਹਦੇ ਘਰ ਦਾ ਗੁਜ਼ਾਰਾ ਚੱਲੇਗਾ। ਹੁਣ ਇਹਦੇ ਮਨ ਦੇ ਵਿੱਚ ਵਿਚਾਰ ਪੈਦਾ ਹੋਈ, ਭਾਈ ਲਹਿਣੇ ਦੇ ਮਨ ਦੇ ਵਿੱਚ ਵਿਚਾਰ ਹੋਏ ਵੀ ਕਈ ਦਿਨਾਂ ਤੋਂ ਹੁਣ ਬਿਮਾਰ ਵੀ ਹੈ ਤੇ ਕਈ ਦਿਨਾਂ ਤੋਂ ਕੰਮ ਵੀ ਨਹੀਂ ਮਿਲਿਆ, ਵੀ ਕਿਉਂ ਨਾ ਇਹਦੀ ਮਦਦ ਕੀਤੀ ਜਾਵੇ। ਇਹਨਾਂ ਕੀ ਕੀਤਾ ਵੀ ਸੌਦਾ ਪਾਇਆ, ਥੋੜਾ ਜਿਹਾ ਆਟਾ ਪਾ ਦਿੱਤਾ, ਥੋੜੀ ਜਿਹੀ ਦਾਲ ਪਾ ਦਿੱਤੀ, ਜਿੰਨਾ ਕੁ ਰਾਸ਼ਨ ਦੀ ਲੋੜ ਸੀ। ਤੇ ਭਾਈ ਸਿੰਘਾਂ ਜੀ ਪੁੱਛਣ ਲੱਗੇ, ਆਖਣ ਲੱਗੇ, ਭਾਈ ਸਾਹਿਬ ਲਾਲਾ ਜੀ ਇਹ ਜੇ ਤੁਸੀਂ ਸਮਾਨ ਪਾਇਆ ਵੀ ਇਹ ਤਾਂ ਜਾਂ ਤੇ ਤੁਹਾਨੂੰ ਤੋਲਣ ਦੇ ਵਿੱਚ ਗਲਤੀ ਲੱਗ ਗਈ ਹੈ ਜਾਂ ਫਿਰ ਕੋਈ ਸਸਤਾ ਹੋ ਗਿਆ ਹੋਵੇਗਾ। ਤੇ ਇਹ ਪੁੱਛਣ ਲੱਗੇ, ਭਾਈ ਲਹਿਣਾ ਕਿਉਂ? ਕਹਿੰਦੇ ਅੱਗੇ ਜਿੰਨੇ ਮੈਂ ਪੈਸੇ ਦੀ ਪੂਰੀ ਦਿਹਾੜੀ ਲਾਉਣਾ ਸਾਂ, ਜਿੰਨੇ ਪੈਸੇ ਬਣਦੇ ਸਨ, ਉਹਦੇ ਨਾਲ ਜਿਹੜਾ ਸਮਾਨ ਹੁੰਦਾ ਸੀ ਇੰਨਾ ਸਮਾਨ ਹੁੰਦਾ ਸੀ। ਅੱਜ ਮੈਂ ਅੱਧੀ ਦਿਹਾੜੀ ਲਈ ਹੈ, ਉਹਦੇ ਨਾਲ ਵੀ ਤੁਸੀਂ ਇੰਨਾ ਸੌਦਾ ਦੇ ਦਿੱਤਾ। ਅੱਗੋਂ ਜਵਾਬ ਦੇਣ ਲੱਗੇ, ਭਾਈ ਲਹਿਣਾ ਕਹਿਣ ਲੱਗੇ, ਨਹੀਂ ਮੇਰੇ ਮਨ ਦੇ ਵਿੱਚ ਵਿਚਾਰ ਪੈਦਾ ਹੋਏ, ਕਿਉਂਕਿ ਧਰਮੀ ਬਣਨ ਦੇ ਲਈ ਜਿੱਥੇ ਧਰਮ ਪੈਦਾ ਹੁੰਦਾ ਉਹਦੇ ਨਾਲ ਨਾਲ ਦਇਆ ਜ਼ਰੂਰ ਪੈਦਾ ਹੋ ਜਾਂਦੀ ਹੈ। ਧੌਲ ਧਰਮ ਦਇਆ ਕਾ ਪੁੱਤ, ਜਿੱਥੇ ਧਰਮ ਹੋਵੇਗਾ ਉਹਦੇ ਨਾਲ ਦਇਆ ਜ਼ਰੂਰ ਪੈਦਾ ਹੋਵੇਗੀ। ਕਹਿੰਦੇ ਮਨ ਦੇ ਵਿੱਚ ਇਹ ਵਿਚਾਰ ਪੈਦਾ ਹੋਏ, ਘਰ ਦੇ ਵਿੱਚ ਬੜੀ ਗਰੀਬੀ ਹੈ, ਮੈਨੂੰ ਇਸ ਗੱਲ ਦਾ ਪਤਾ ਤੁਹਾਡੇ ਘਰ ਦੇ ਵਿੱਚ ਕਿੰਨਾ ਕੁ ਰਾਸ਼ਨ ਹੈ ਜਿਹਦੇ ਨਾਲ ਤੁਹਾਡੇ ਘਰ ਦਾ ਗੁਜ਼ਾਰਾ ਨਹੀਂ ਚੱਲਣਾ, ਵੀ ਤੁਸੀਂ ਵੀ ਗਰੀਬ ਹੋ ਤੇ ਅੱਜ ਤੁਸੀਂ ਬਿਮਾਰ ਵੀ ਹੋ, ਤੁਹਾਡੇ ਘਰ ਦੇ ਵਿੱਚ ਗਰੀਬੀ ਹੈ। ਹੁਣ ਪਰਿਵਾਰ ਦੇ ਵਿੱਚ ਵੀ 3 ਮੈਂਬਰ ਨੇ, ਇੰਨੇ ਕੁ ਰਾਸ਼ਨ ਦੇ ਨਾਲ ਤੁਹਾਡਾ ਗੁਜ਼ਾਰਾ ਨਹੀਂ ਚੱਲਣਾ। ਮਨ ਦੇ ਵਿੱਚ ਵਿਚਾਰ ਆਏ ਵੀ ਕਿਉਂ ਨਾ ਥੋੜਾ ਜਿਹਾ ਜ਼ਿਆਦਾ ਪਾ ਦੇਵਾਂ। ਤੇ ਅੱਗੋਂ ਭਾਈ ਸਿੰਘਾਂ ਜੀ ਨੇ ਜਵਾਬ ਦਿੱਤਾ, ਆਖਣ ਲੱਗੇ, ਲਾਲਾ ਜੀ ਨਹੀਂ, ਮੇਰੇ ਗੁਰੂ ਦਾ ਹੁਕਮ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਗੁਰੂ ਨੇ ਹੁਕਮ ਕੀਤਾ ਭਾਈ ਜਿੰਨਾ ਤੇਰਾ ਬਣਦਾ ਵੀ ਉਹ ਤੂੰ ਹੱਕ ਆਪਣਾ ਲੈ, ਇਹਦੇ ਤੋਂ ਵੱਧ ਕਿਸੇ ਦਾ ਤੂੰ ਹੱਕ ਨਾ ਮੰਗ। ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ। ਭਾਈ ਘਾਲ ਕਰਕੇ ਆਪਣੀ ਕਿਰਤ ਕਮਾਈ ਕਰਕੇ ਤੂੰ ਮਿਹਨਤ ਕਰਕੇ ਤੂੰ ਕਮਾ, ਉਸ ਕਮਾਈ ਦੇ ਵਿੱਚੋਂ ਤੂੰ ਆਪਣੇ ਘਰ ਦਾ ਗੁਜ਼ਾਰਾ ਚਲਾ। ਤੇ ਭਾਈ ਲਹਿਣਾ ਜੀ ਕਹਿਣ ਲੱਗੇ ਵੀ ਇਹ ਭਾਈ ਸਿੰਘਾਂ ਜੀ ਭਾਈ ਲਹਿਣਾ ਜੀ ਨੂੰ ਕਹਿੰਦੇ ਨੇ ਤੁਸੀਂ ਅੱਜ ਤੇ ਮੈਨੂੰ ਥੋੜਾ ਜਿਹਾ ਸਮਾਨ ਦੇ ਦਿੱਤਾ, ਅੱਜ ਮੈਂ ਆਪਣੇ ਘਰ ਦਾ ਗੁਜ਼ਾਰਾ ਚਲਾ ਲਵਾਂਗਾ, ਕੱਲ ਮੇਰਾ ਮਨ ਦੇ ਅੰਦਰ ਆਲਸ ਪੈਦਾ ਹੋਵੇਗਾ, ਛੱਡ ਮਣਾ ਅੱਜ ਦਿਹਾੜੀ ਦਿੱਤੇ ਕੀ ਜਾਣਾ, ਅੱਜ ਫਿਰ ਮੈਂ ਉਹਦੇ ਕੋਲ ਜਾਣਾ, ਉਹਨੇ ਮਦਦ ਤੇ ਕਰ ਹੀ ਦੇਣੀ ਹੈ, ਮਦਦ ਤੇ ਕਰ ਹੀ ਦੇਣੀ ਹੈ, ਅੱਜ ਫਿਰ ਰਾਸ਼ਨ ਮਿਲ ਜਾਵੇਗਾ। ਇਹਦੇ ਨਾਲ ਇੱਕ ਤੇ ਮਨ ਦੇ ਵਿੱਚ ਆਲਸ ਪੈਦਾ ਹੋਵੇਗਾ, ਦੂਜੀ ਗੱਲ ਇਹ ਮੈਂ ਹੱਕ ਪਰਾਇਆ ਖਾਵਾਂਗਾ, ਮਿਹਨਤ ਕਰਕੇ ਨਹੀਂ ਕਮਾਇਆ। ਹੁਣ ਇਹਨਾਂ ਕੀ ਕੀਤਾ ਵੀ ਆਪਣਾ ਰਾਸ਼ਨ ਨਾਲ ਲਿਆ, ਉਸ ਧਰਤੀ ਤੋਂ ਤੁਰ ਪਏ ਨੇ, ਦੁਕਾਨ ਤੋਂ ਚੱਲੇ, ਆਪਣੇ ਘਰ ਵੱਲ ਆਏ। ਪਿੱਛੇ ਹੀ ਮਨ ਦੇ ਵਿੱਚ ਇਹ ਭਾਈ ਲਹਿਣਾ ਵੀ ਸੋਚਦਾ ਵੀ ਜਾ ਕੇ ਤੇ ਵੇਖਾਂ, ਕਈ ਦਿਨਾਂ ਦੇ ਘਰ ਦੇ ਵਿੱਚ ਪਰਿਵਾਰ ਵੀ ਭੁੱਖਾ ਹੋਵੇਗਾ, ਪਰਿਵਾਰ ਦੇ ਵਿੱਚ ਲੜਾਈ ਝਗੜਾ ਵੀ ਜ਼ਰੂਰ ਹੋਵੇਗਾ ਵੀ ਮੈਂ ਖਾਣੀ ਹੈ, ਮੈਂ ਖਾਣੀ ਹੈ ਵੀ ਥੋੜਾ ਜਿਹਾ ਰਾਸ਼ਨ ਹੈ, ਇਹਦੇ ਨਾਲ 2-3 ਪ੍ਰਸ਼ਾਦੇ ਤਿਆਰ ਹੋਣਗੇ। ਇਹਨਾਂ ਨੇ ਜਾ ਕੇ ਵੀ ਆਪਣਾ ਜਿਹੜਾ ਇਹ ਰਾਸ਼ਨ ਆਪਣੀ ਪਤਨੀ ਨੂੰ ਦਿੱਤਾ। ਤੇ ਨਿੱਕੀ ਦੀ ਘਰ ਦੇ ਵਿੱਚ ਕਹਿੰਦੇ ਨੇ ਬੱਚੀ ਨੇ, ਉਹ ਬੱਚੀ ਨੂੰ ਆਪ ਚੁੱਕ ਕੇ ਖਿਡਾਉਣ ਲੱਗੇ। ਇੰਨੇ ਸਮੇਂ ਤੱਕ ਇਹ ਜਿਹੜਾ ਪ੍ਰਸ਼ਾਦਾ ਵੀ ਤਿਆਰ ਹੋਇਆ। ਇਹ ਭਾਈ ਲਹਿਣਾ ਬਾਹਰ ਦਰਵਾਜ਼ੇ ਦੇ ਉੱਤੇ ਲੁੱਕ ਕੇ ਖਲੋਤਾ ਹੋਇਆ ਵੇਖਦਾ ਪਿਆ ਸਭ ਕੁਝ। ਹੁਣ ਮਨ ਦੇ ਵਿੱਚ ਸੋਚਦਾ ਵੀ ਹੁਣ ਪ੍ਰਸ਼ਾਦਾ ਛਕਣ ਲੱਗੇ ਨੇ, 3 ਕੁ ਪ੍ਰਸ਼ਾਦੇ ਤਿਆਰ ਹੋਏ ਨੇ, ਜ਼ਰੂਰ ਇਸ ਗੱਲ ਦਾ ਰੌਲਾ ਪਵੇਗਾ ਵੀ ਇਹ ਪ੍ਰਸ਼ਾਦਾ ਮੈਂ ਛਕਣਾ, ਇੰਨਾ ਪ੍ਰਸ਼ਾਦਾ ਮੈਂ ਛਕਣਾ। ਪਰ ਹੋਇਆ ਕਿ ਇੰਨੇ ਸਮੇਂ ਤੱਕ ਇਤਿਹਾਸਕਾਰ ਲਿਖਦੇ ਹਜੀ ਪ੍ਰਸ਼ਾਦਾ ਛਕਣੇ ਲੱਗੇ ਨੇ
बैठे ने इन्ने समय तक गेट के उत्तों एक आवाज़ आई, भाई सीहा ये उठ के बाहर गया। मन दे विच सोचदा भी इहो जिहा किहड़ा जिहड़ा मैनूं नाम लैके पुकारदा पिया, नाम लैके आवाज़ मारदा पिया। बाहर निकलिया, गेट दे उत्ते वेखिया भी एक फकीर खलोता होया। फकीर दे वल वेखिया, आखण लगे हाँ जी आओ जी। कहते किवें मेरा नाम तुसीं किवें जाणदे हो? कहते नगर दे विचों मैं बाहर दा राहीगीर हाँ, इस नगर दा नहीं रहण वाला। मैं नगर दे विचों पुछया भी भाई किसे कई दिनों तो मैं भुखा, किसी के दर्द तो प्रशादा मिलेगा? तो नगर के लोगों ने यह गल आखी भी इत्थे कुछ दूरी के उत्ते भाई सिंह का घर है, वो गुरु नानक का सिख है। गुरु नानक के घर की यह शोभा आ जिहड़ा उहदे दर दे उत्ते जांदा भुखा कदे नहीं हुंदा। उन्होंने कहा से भी हाँ भी सिख है भी उहदे घर दे विचों तैनूं ये प्रशादा मिलेगा। आखन लगे प्रशादा मिलेगा, कई दिनों तो भुखा, कई दिनों तो कुछ नहीं खादा। ये अंदर गए, अंदरों प्रशादा चुकिया, एक प्रशादा लिया के दे दिता। दोबारा तो फिर बैर लगे ने, इन्ने नूं दोबारा तो फिर आवाज़ आई। आखन लगे भाई सिया ये नाल मेरी भुख नहीं मिटी, जेकर किते एक होर प्रशादा मिल जाए मेरी भुख मिट जाए। हुण अंदरों भाई सिंह ने दूजा प्रशादा चुकिया, दे दिता। वेखो किड्डा वड्डा सबर होवेगा भी 3 प्रशादे ने घर दे विच, 2 प्रशादे उन्हां नूं दे रहे ने। हुण ये भाई लहना खलोता होया, ये दुकानदार वेखदा पिया सब कुछ अपनी नज़रां दे नाल भी हुण पक्का घर दे विच झगड़ा होवेगा। पत्नी आखेगी मैं छकांगा, पति आखेगा मैं छकांगा। पर होया कि ये पत्नी ये गल आखदी पई है भी तुसीं छक लवो, तुसीं बाहर जाके किरत करके लियानी है जिहदे नाल घर दा गुजारा चलना है। ते अगों भाई सिंह पति ये गल आखदा कि तुसीं इदां करो, बच्ची छोटी है, बच्ची नूं दुध भी पियाना है, ये प्रशादा तुसीं छक लवो। फिर की कीता भी अद्धा अद्धा प्रशादा छकिया भी ये भाई लहणे दे कोलों बाहर जिहड़ा खलोता होया सी इहदे कोलों रिहा ना गया। इन्हें की कीता भी चल के आके भाई सिंह दे चरनां दे विच डिग पिया। आखन लगे सुनिया ते जरूर सी गुरु नानक दे बारे, एक दिन भाई जोध दे कोलों बाणी भी सुनी सी, पर मैं अज अखां दे नाल वेख लिया जिहदे उत्ते गुरु नानक दी कृपा हो जावे घर दे विच किन्ना सबर आ जांदा है। एक सबर सी ना, सबर दी उदाहरण दित्ती है बाबा फरीद जी दी। आपां बचनां नूं पढ़दे ਉਹਦੇ अंदर उन्होंने कहा भगत असल दे विच ही है, अनहोंदा आप वंडाए कोई ऐसा भगत सदाए, जिहड़ा ना हुंदियां होइयां भी घर दे विचों वो भी वंड के सके। जेकर घर दे विच कुछ नहीं, कोई आ गया चल के भी उन्होंने भी आखे बह ਉਹਦੇ भी छकावे, कहते असल दे विच भगत वही है। नहीं तो घर दे विच हुंदियां होइयां ते सब कुछ दे सकदा है। घर दे विच किसी चीज़ की कमी ना होवे, बंदा जावे भाई मैनूं फलानी चीज़ चाहिए, बंदा आखदा लै जा वाधू पई। पर असल दे विच भगत वो है ना, जेकर घर दे विच कोई चीज़ भी नहीं, पूरी पूरी चीज़ है, ਉਹਦੇ ਵਿੱਚੋਂ भी आके लै इन्ना कर, थोड़ा जा तू लै लै। इतों मन दे विच इन्ना गुरु नानक दे घर दे नाल प्यार पैदा होया। ये दोवें घटनावां तो बाद हुण मन दे विच विचार पैदा हुए। एक पासे ते बाणी नूं सुनिया सुख मिलदा पिया, दूजे पासे अपनी अखां दे नाल गुरु नानक दे सिख नूं भी वेख लिया भी किन्ना सबर ते संतोखी होवेगा, जाके गुरु दे दर्शन ते करा। मन दे विच लालसा पैदा हुई भी हुण गुरु नूं मिलना है। इतों चल के गए ने, चल के जिवें करतारपुर की धरती उत्ते गए तो इतिहासकार जन्म साखियां दे जिहड़े करता ने उन्होंने लिखिया भी जदों इतों तुरे ना, क्योंकि प्रेम की जिहड़ी खिच बड़ी हुंदी है। अगों गुरु नानक पातशाह जी नूं भी पता लग गया भी मेरा कोई सिख लगा हुंदा है। बाबा बुढ़ा जी कोल बैठे ने, ये मंजी दे उत्ते बैठे हुए ने, मंजी दे उपरों उठे ने भी उठ के तुरन लगे। बाबा बुढ़ा जी कहन लगे पातशाह जी किधर नूं जा रहे? ये आखन लगे बाबा बुढ़ा जी तुसीं बवो, इस तख्त का जिहड़ा कोई धनी आ रहा, धनी का अर्थ हुंदा मालक, उन्होंने मैं जी आया आखा वा भी ये हुण उत्ते बैठे आप धर्मशाला के बाहर आके करतारपुर दे खलोगे। इन्ने नूं ये भाई लैना घोड़े के उत्ते सवार होके ये भी पहुंचे आके। हुण क्योंकि अज तक गुरु नानक दे कदे दर्शन नहीं किए, गुरु नानक नूं वेखिया नहीं, गुरु नानक किहो जिहा मन दे विच विचार बनाई। उहदे नाल कुछ कुछ जिहड़े चेले चट्टे होणगे, सोहणे कपड़े पाए होणगे, क्योंकि असीं यही भेख वेख के आखने भी ये संत है, ये साधु है, फकीर है, भगवे कपड़ियां वाला ये फकीर है, इन्हें चोला पाया, इन्हें 5 ककारी वर्दी पाई है, ये कोई साधु कोई संत होवेगा।
ਇਹਦੇ ਵੀ ਮਨ ਦੇ ਵਿੱਚ ਇਹ ਤਸਵੀਰ ਬਣੀ, ਕੋਈ ਚੰਗਾ ਵਧੀਆ ਕੱਪੜੇ ਪਹਿਨ ਕੇ ਕੋਈ ਬੈਠਾ ਹੋਵੇਗਾ। ਜਾ ਕੇ ਪੁੱਛਦਾ ਵੀ ਇਹਨੂੰ, ਪੁੱਛਣ ਲੱਗਾ ਵੀ ਆਖਣ ਲੱਗਾ ਬਜ਼ੁਰਗੋ ਇਹ ਕਰਤਾਰਪੁਰ ਹੈ? ਸਤਿਗੁਰਾਂ ਨੇ ਕਹਿਣ ਲੱਗੇ ਹਾਂਜੀ ਇਹ ਕਰਤਾਰਪੁਰ ਹੈ, ਕਰਤਾਰਪੁਰੀ ਹੈ। ਆਖਣ ਲੱਗੇ ਮੈਂ ਗੁਰੂ ਨਾਨਕ ਨੂੰ ਮਿਲਣਾ ਹੈ। ਕਹਿਣ ਲੱਗੇ ਤੁਸੀਂ ਮਿਲਣ ਲਈ ਆਏ, ਉਹਨੂੰ ਮਿਲਣਾ ਚਾਹੁੰਦੇ ਹੋ? ਆਖਣ ਲੱਗੇ ਹਾਂਜੀ। ਮੈਨੂੰ ਤੁਸੀਂ ਪਹੁੰਚਾ ਦੇਵੋਗੇ? ਆਖਣ ਲੱਗੇ ਮੈਂ ਤੁਹਾਡੇ, ਤੁਸੀਂ ਇੱਦਾਂ ਕਰੋ ਘੋੜੀ ਦੇ ਉੱਤੇ ਬੈਠੋ, ਤੁਹਾਨੂੰ ਮੈਂ ਉਹਦੇ ਧਰਮਸ਼ਾਲਾ ਦੇ ਵਿੱਚ ਛੱਡ ਦੇਣਾ। ਇਹਨਾਂ ਨੇ ਲਗਾਮ ਨੂੰ ਫੜੀ, ਲਗਾਮ ਨੂੰ ਫੜ ਕੇ ਤੁਰ ਪਏ। ਜਿਵੇਂ ਧਰਮਸ਼ਾਲਾ ਦੇ ਵਿੱਚ ਪਹੁੰਚੇ ਨੇ, ਧਰਮਸ਼ਾਲਾ ਦੇ ਵਿੱਚ ਭਾਈ ਲਹਿਣਾ ਨੂੰ ਕਹਿਣ ਲੱਗੇ ਤੁਸੀਂ ਇੱਦਾਂ ਕਰੋ ਘੋੜੀ ਨੂੰ ਬੰਨ੍ਹ ਕੇ ਤੁਸੀਂ ਆਵੋ ਅੰਦਰ, ਧਰਮਸ਼ਾਲਾ ਦੇ ਅੰਦਰ ਤੁਸੀਂ ਆ ਜਾਣਾ। ਅੰਦਰ ਜਿਵੇਂ ਜਾ ਕੇ ਆਪ ਸਤਿਗੁਰੂ ਮੰਜੀ ਦੇ ਉੱਤੇ ਬੈਠੇ ਨੇ, ਬਾਬਾ ਬੁੱਢਾ ਜੀ ਹੋਰ ਸੰਗਤਾਂ ਕੋਲ ਬੈਠੀਆਂ ਹੋਈਆਂ ਨੇ। ਇਹ ਭਾਈ ਲਹਿਣਾ ਜਿਵੇਂ ਅੰਦਰ ਧਰਮਸ਼ਾਲਾ ਦੇ ਵਿੱਚ ਦਾਖਲ ਹੋਇਆ, ਜਾ ਕੇ ਪੁੱਛਣ ਲੱਗਾ ਇੱਥੇ ਗੁਰੂ ਨਾਨਕ ਕਿਹੜਾ? ਗੁਰੂ ਨਾਨਕ ਪਾਤਸ਼ਾਹ ਨੂੰ, ਗੁਰੂ ਨੂੰ ਮਿਲਣਾ ਹੈ। ਤੇ ਬਾਬਾ ਬੁੱਢਾ ਜੀ ਨੇ ਇਸ਼ਾਰਾ ਕੀਤਾ, ਇਹ ਮੰਜੀ ਦੇ ਉੱਤੇ ਜਿਹੜੇ ਬੈਠੇ ਹੋਏ ਨੇ ਇਹ ਗੁਰੂ ਨਾਨਕ ਦਾ ਰੂਪ ਨੇ, ਗੁਰੂ ਨਾਨਕ ਨੇ। ਇਹਨਾਂ ਕੀ ਕੀਤਾ ਵੀ ਜਾ ਕੇ ਪਹਿਲਾਂ ਤੇ ਨਮਸਕਾਰ ਕੀਤੀ। ਨਮਸਕਾਰ ਕਰਕੇ ਜਦੋਂ ਅੱਖਾਂ ਨੂੰ ਚੱਕ ਕੇ ਉੱਤੇ ਨੂੰ ਵੇਖਿਆ, ਇਹਨਾਂ ਦੇ ਚਿਹਰੇ ਵੱਲ ਵੇਖਿਆ ਵੀ ਇੱਕੋ ਦਮ ਹੈਰਾਨ ਰਹਿ ਗਏ, ਇਹ ਤੇ ਉਹੀ ਹੈ ਜਿਹੜੀ ਮੇਰੇ ਲਗਾਮ ਨੂੰ ਫੜ ਕੇ ਲਿਆਇਆ। ਮਨ ਦੇ ਵਿੱਚ ਬੜਾ ਅਫਸੋਸ ਹੋਇਆ, ਮਨ ਦੇ ਵਿੱਚ ਬੜੇ ਦੁਖੀ ਹੋਏ। ਪਹਿਲੇ ਦਿਨ ਮਨਾ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਲਈ ਆਇਆ, ਪਹਿਲੇ ਦਿਨ ਹੀ ਤੂੰ ਗੁਰੂ ਵਾਲਾ ਨਹੀਂ ਬਣ ਸਕਿਆ, ਤੂੰ ਗੁਰੂ ਤੋਂ ਸੇਵਾ ਕਰਾਉਣਾ ਪਿਆ। ਫਰਜ਼ ਤੇ ਤੇਰਾ ਇਹ ਬਣਦਾ ਸੀ ਨਾ ਵੀ ਤੂੰ ਆਪ ਲਗਾਮ ਫੜ ਕੇ ਆਉਂਦਾ, ਗੁਰੂ ਨੂੰ ਘੋੜੀ ਦੇ ਉੱਤੇ ਬਿਠਾ ਕੇ ਲਿਆਂਦਾ ਸਤਿਕਾਰ ਦੇ ਨਾਲ। ਪਰ ਇਹ ਕੀ ਮਨਾ ਕੀਤਾ। ਹੁਣ ਪਾਤਸ਼ਾਹ ਜੀ ਅੰਦਰੋਂ ਮੁਸਕਰਾਏ ਨੇ, ਕਿਉਂਕਿ ਦਿਲਾਂ ਦੀਆਂ ਜਾਣਨ ਵਾਲੇ। ਆਖਣ ਲੱਗੇ ਤੇਰਾ ਨਾਮ ਕੀ ਹੈ? ਕਹਿਣ ਲੱਗੇ ਮੇਰਾ ਨਾਮ ਲਹਿਣਾ ਹੈ। ਤੇ ਆਖਣ ਲੱਗੇ ਲਹਿਣਿਆ, ਜੋ ਲੈਣਦਾਰ ਹੁੰਦੇ ਨੇ ਉਹ ਸਦਾ ਘੋੜੀ ਦੇ ਉੱਤੇ ਚੜ੍ਹ ਕੇ ਹੁੰਦੇ। ਇੱਥੇ ਹੁਣ ਇਹੋ ਜਿਹਾ ਕੁਝ ਸਮਾਂ ਰੁਕੇ ਨੇ, ਸਤਿਗੁਰ ਦੇ ਦਰ ਦੇ ਉੱਤੇ ਫਿਰ ਇੱਕ ਵਾਰੀ ਵਾਪਸ ਗਏ ਨੇ ਆਪਣੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ। ਇਹ ਮਾਤਾ ਖੀਵੀ ਜੀ ਨੂੰ ਆਪਣੇ ਪਰਿਵਾਰ ਦੀ ਸਾਰੀ ਸਾਂਭ ਸੰਭਾਲ ਜਿਹੜੀ ਦੇ ਕੇ, ਜ਼ਿੰਮੇਵਾਰੀ ਦੇ ਕੇ ਦੁਬਾਰਾ ਤੋਂ ਫਿਰ ਖਡੂਰ ਸਾਹਿਬ ਦੀ ਧਰਤੀ ਤੇ ਆਉਂਦੇ। 7 ਸਾਲ ਇਹਨਾਂ ਨੇ 1532 ਤੋਂ ਲੈ ਕੇ 1539 ਤੱਕ ਇਹਨਾਂ ਨੇ ਸਤਿਗੁਰਾਂ ਦੇ ਦਰ ਦੇ ਉੱਤੇ ਸੇਵਾ ਕੀਤੀ ਹੈ। ਕਿਉਂਕਿ ਸੇਵਕ ਉਹੀ ਹੈ ਨਾ ਵੀ ਜਿਹੜਾ ਨਿਮਰਤਾ ਦੇ ਵਿੱਚ ਆ ਕੇ ਹੁਕਮ ਨੂੰ ਸੱਤ ਕਰਕੇ ਮੰਨ ਲਵੇ। ਸੇਵਕ ਬਣ ਕੇ ਹੀ ਅਸੀਂ ਰੱਬ ਦੇ ਨਾਲ ਮਿਲ ਸਕਦੇ ਹਾਂ। ਤੇ ਆਖਣ ਲੱਗੇ ਇਹਨਾਂ ਨੇ 7 ਸਾਲ ਕੀਤੇ, ਮਨ ਦੇ ਵਿੱਚ ਹੀ ਸੋਚਦੇ ਨੇ ਵੀ ਅੱਜ ਤੋਂ ਬਾਅਦ ਗੁਰੂ ਜੋ ਹੁਕਮ ਕਰੇਗਾ ਉਸ ਹੁਕਮ ਨੂੰ ਸੱਤ ਕਰਕੇ ਮੰਨਾਂਗੇ। ਕਿਉਂਕਿ ਬਾਣੀ ਦੇ ਵਿੱਚੋਂ ਆਪਾਂ ਚੌਥੇ ਪਾਤਸ਼ਾਹ ਦਾ ਬੋਲ ਪੜ੍ਹਦੇ ਹਾਂ ਨਾ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰੂ ਕਹੈ ਸੋਈ ਪਲ ਮਾਨੋ। ਹਰ ਕਥਾ ਨਿਰਾਲੀ, ਜੋ ਗੁਰੂ ਕਹਿ ਰਿਹਾ ਉਹਨੂੰ ਭਲਾ ਕਰਕੇ ਮੰਨ ਲੈ, ਉਹਨੂੰ ਸੱਤ ਕਰਕੇ ਜਾਣ ਲੈ। ਇਹਨਾਂ ਕੀ ਕੀਤਾ, 7 ਸਾਲ ਇੱਥੇ ਸੇਵਾ ਕੀਤੀ ਹੈ। ਗੁਰੂ ਨੇ ਆਖਿਆ ਭਾਈ ਇਹ ਨਦੀਨ ਦੀਆਂ ਪੰਡਾਂ ਤੋਂ ਚੁੱਕ ਲੈ, ਸੋਹਣੇ ਕੱਪੜੇ ਪਾਏ ਹੋਏ ਨੇ। ਇਹਨਾਂ ਨੇ ਇੱਕ ਵਾਰੀ ਇਨਕਾਰ ਨਹੀਂ ਕੀਤਾ। ਸਿਰ ਦੇ ਉੱਤੇ ਨਦੀਨ ਦੀਆਂ ਪੰਡਾਂ ਚੁੱਕੀਆਂ, ਚੁੱਕ ਕੇ ਜਿਵੇਂ ਧਰਮਸ਼ਾਲਾ ਦੇ ਵਿੱਚ ਆਏ ਨੇ। ਇੱਥੇ ਆ ਕੇ ਵੀ ਆਖਣ ਲੱਗੇ, ਆਏ ਤੇ ਮਾਤਾ ਸੁਲੱਖਣੀ ਨੇ ਕਹਿਣ ਲੱਗੇ ਵੀ ਚੰਗੇ ਸੋਹਣੇ ਕੱਪੜੇ ਪਾਏ ਨੇ, ਇਹਦੇ ਨਾਲ ਜਿਹੜਾ ਇਹਨਾਂ ਦੇ ਸਰੀਰ ਦੇ ਉੱਤੇ, ਇਹਨਾਂ ਦੇ ਕੱਪੜਿਆਂ ਦੇ ਉੱਤੇ ਚਿੱਕੜ ਦੇ ਜਿਹੜੇ ਦਾਗ ਲੱਗੇ ਨੇ। ਇਹ ਤੇ ਸਤਿਗੁਰਾਂ ਨੇ ਇਤਿਹਾਸਕਾਰ ਲਿਖਦਾ, ਜਨਮ ਸਾਖੀ ਦੇ ਕਰਤਾ। ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ। ਆਖਣ ਲੱਗੇ ਇਹਨੂੰ ਸਿਰ ਦੇ ਉੱਤੇ ਪੰਡ ਨਾ ਜਾਣੋ, ਇਹ ਦੁਨੀਆ ਦਾ ਤੁਸੀਂ ਛਤਰ ਜਾਣੋ, ਤਖਤ ਜਾਣੋ। ਇਹ ਸਰੀਰ ਦੇ ਉੱਤੇ ਕੱਪੜਿਆਂ ਦੇ ਉੱਤੇ ਲੱਗੇ ਹੋਏ ਚਿੱਕੜ ਦੇ ਦਾਗ, ਇਹਨੂੰ ਤੁਸੀਂ ਕੇਸਰ ਜਾਣੋ। ਕੇਸਰ ਦਾ ਅਰਥ ਹੁੰਦਾ ਉਦੋਂ ਪਾਏ ਜਾਂਦੇ ਸਨ ਦਾਗ ਜਦੋਂ ਕੋਈ ਬੰਦਾ ਜਿੱਤ ਕੇ ਆਉਂਦਾ ਸੀ, ਉਦੋਂ ਉਹਦੇ ਤੋਂ ਕੇਸਰ ਦੇ ਦਾਗ ਲਾਏ ਜਾਂਦੇ ਸਨ, ਕੇਸਰ ਪਾਇਆ ਜਾਂਦਾ ਸੀ। ਤੇ ਇਸ ਸਤਿਗੁਰ ਦੇ ਕਿਰਤ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ 6 ਇਤਿਹਾਸਕਾਰਾਂ ਘਟਨਾਵਾਂ ਲਿਖੀਆਂ ਨੇ। ਕਦੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਵੀ ਆਖਣ ਲੱਗੇ ਭਾਈ ਲੈਣਿਆ, ਅੱਧੀ ਰਾਤ ਨੂੰ ਆਖਦੇ ਨੇ ਜਾ ਮੇਰੇ ਕੱਪੜੇ ਧੋ ਕੇ ਲਿਆ। ਕਦੇ ਆਖਦੇ ਨੇ ਮੀਂਹ ਪੈਂਦਾ ਹੋਇਆ ਉਹਦੇ ਵਿੱਚ ਕਹਿੰਦੇ ਨੇ ਭਾਈ ਲੈਣਿਆ ਇਹ ਕੰਧ ਡਿੱਗ ਪਈ ਹੈ, ਇਸ ਕੰਧ ਨੂੰ ਕਰ ਸਹੀ ਕਰ। ਪਰ ਇਹ ਸੱਤ ਕਰਕੇ, ਅੱਗੋਂ ਸੱਤ ਕਰਕੇ ਮੰਨਣਾ ਸਿੱਖਿਆ ਨਾ। ਇਤਿਹਾਸਕਾਰਾਂ ਇੱਕ ਘਟਨਾ ਲਿਖੀ, ਉਹ ਕਹਿਣ ਲੱਗੇ ਵੀ ਇੱਕ ਘਟਨਾ ਹੋਈ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਵੀ ਆਖਣ ਲੱਗੇ ਭਾਈ ਲੈਣਿਆ ਇੱਦਾਂ ਕਰ, ਇਹ ਧਰਮਸ਼ਾਲਾ ਦੀਆਂ ਜਿਹੜੀਆਂ ਚਾਦਰਾਂ ਨੇ ਇਸ ਚਾਦਰਾਂ ਨੂੰ ਧੋ ਕੇ ਲਿਆ। ਇਹ ਗਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਦਰਾਂ ਨੂੰ ਧੋ ਕੇ ਆਏ ਨੇ, ਸੁਕਾ ਕੇ ਲੈ ਕੇ ਆਏ। ਰਸਤੇ ਦੇ ਵਿੱਚ ਮਿਲੇ ਬਾਬਾ ਬੁੱਢਾ ਜੀ। ਬਾਬਾ ਬੁੱਢਾ ਜੀ ਕਹਿਣ ਲੱਗੇ ਭਾਈ ਲੈਣਿਆ ਕਿੱਥੋਂ ਆ ਰਹੇ ਆ?
ये जवाब दिता, आखन लगे सतगुरां ने हुक्म किया सी भी ये चादरां धो के लियावो। ये चादरां नूं धो के लिआया वा। ते बाबा बुढ़ा जी कह लगे हजी कल तो चादरां धोतियां ने, एक दिन च मैलियां भी हो गई। तो इन्ने नूं इतिहासकार लिखते गुरु नानक पातशाह जी आ गए। तो सतगुरां ने पूछा बाबा बुढ़ा जी की गल हुई? ये आखन लगे बाबा जी सतगुरु तुसीं इनू भाई लैने नूं किहड़े काम लाया? हजी कल चादरां धोतियां सन, अज फिर धोण लई भेज दिता तुसीं। ते सतगुरां ने आख्या भी भाई लैणिया तू दस देना सी। ते अगों हाथ जोड़ के खलो गए भाई लैणा जी, कह लगे सतगुरु मैनू नहीं पता ये कल धोतियां ने अज धोतियां ने, मैं तो केवल गुरु के हुक्म नूं सत करके मन्ना सा। तुसीं हुक्म किया जाके चादरां धो लिया, क्योंकि तुहाडी निगाह दे विच जिहड़ियां मैलियां हो गईयां हुण धोतियां होईयां भी साफ नहीं हो सकदियां। गुरु नानक दी निगाह दे विच मैलियां ने, इहदे करके मैं धोण लई तुर गया। हुक्म मन्निया होवे प्रवान, तां खसमे का मैल पाए सी। इन्हां घटनावां तो बाद 1539 दे विच अज दा दिन आपां जो मना रहे हैं गुरियाई दिवस, ये दिन आया। किरते करतारपुर की धरती है, इत्थे बैठे हुए ने सारे दोवें पुत्र बाबा श्री चंद लक्ष्मी दास भी इत्थे बैठा हुआ है, सारे सिख बैठे हुए ने। एक गुरु अंगद पातशाह जी नूं गुरियाई का तिलक दिता है। तिलक दे के इन्हां नूं अज तो बाद भाई लहणे तो गुरु नानक ने अपने अंग बना लिया। गुरु अंगद भाव गुरु अंगद रूप दे के सिखां का दूसरा गुरु बना दिता। ते प्यार वालिओ ये गुरियाई मिली किदे करके? एक हुक्म मनन दे नाल, हुक्म मन्निया होवे प्रवान, तां खसमे का महल पाई सी। हुक्म मन्निया हरि दा जन बने। ते सतगुरां ने किरपा की, आखन लगे भाई हरि दा जिहड़ा जन है, जेकर हरि दा रूप बनना है, उहदे लई पहलां उहदे दसे हुए रस्ते दे उत्ते चलना पवेगा। उहदे दसे हुए मार्ग दे उत्ते जो वो हुक्म करे, हुक्म नूं सत करके मनना चाहिए। सो प्यार वाले सतगुरु पातशाह की कृपा कर, जिथे असी ये गुरियाई दिवस मना रहे हैं, उहदे नाल नाल सतगुरां दे चरनां दे विच इह अरदास करके जाइए। सतगुरु कृपा करन, सानू भी अपने चरनां कमलां दे नाल जोड़ी रखन। साडे अंदरों भी ये जिहड़ी गुरमत दी मत साडे अंदर वस जावे, असी भी गुरु वाले बन जाइए। बेनती प्रवान करनी जी। वाहिगुरू जी का खालसा, वाहिगुरू जी की फतेह।